अकाल। मैं अर्शदीप संधू न्यूज़ 18 पंजाब देख रहे दर्शकों का स्वागत है। 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਤੇ 6ਵੀਂ ਵੱਡੀ ਖਬਰ ਦਾ ਰੁਖ ਕਰਦੇ ਹਾਂ। ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਨਿਊਜ਼ 18 ਦੇ ਕੋਲ ਐਕਸਕਲੂਸਿਵ ਲੈਟਰ ਹੈ ਬਰਖਾਸਤਗੀ ਦਾ। ਰਾਜਜੀਤ ਸਿੰਘ पीपीएस अफसर ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਕੱਲ ਹੀ सीएम ਨੇ ਇਹ ਹੁਕਮ ਦਿੱਤੇ ਸੀ। ਇੱਕ ਟਵੀਟ ਕਰਕੇ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਤੇ ਇਹ ਵੀ ਕਿਹਾ ਹੈ ਕਿ ਕਾਰਵਾਈ ਦੇ ਲਈ ਰਿਪੋਰਟ ਹੀ ਕਾਫੀ ਹੈ। ਹੁਣ ਅੱਗੇ ਕਿਸੇ ਵੀ ਹੋਰ ਜਾਂਚ ਦੀ ਲੋੜ ਨਹੀਂ ਹੈ, ਇਹ ਵੀ ਸਰਕਾਰ ਦਾ ਕਹਿਣਾ ਹੈ। ਰਾਜਜੀਤ ਸਿੰਘ ਦੇਸ਼ ਵਿਰੋਧੀ ਕੰਮ ਦੇ ਵਿੱਚ ਸ਼ਾਮਲ ਹੈ, ਇਸ ਕਰਕੇ ਹੋਰ ਜਾਂਚ ਦੀ ਜ਼ਰੂਰਤ ਨਹੀਂ ਹੈ, ਰਿਪੋर्ट ही काफी है। सरकार ने एसआईटी ਦਾ ਕਾਰਜਕਾਲ ਵੀ ਖਤਮ ਕਰ ਦਿੱਤਾ ਹੈ। ड्रग्स केस ਦੇ ਵਿੱਚ पीपीएस ਰਾਜਜੀਤ ਸਿੰਘ ਨੂੰ ਬਰਖਾਸਤ ਕੀਤਾ ਗਿਆ ਹੈ ਤੇ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦ ਕਰਨ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਐਕਸਕਲੂਸਿਵ ਲੈਟਰ ਦਿਖਾ ਰਹੇ ਹਾਂ ਬਰਖਾਸਤ ਕੀਤੇ ਜਾਣ ਦਾ ਜੋ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਹੈ। पीपीएस ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਹੁਣ ਇਹ ਵੀ ਕਿਹਾ ਗਿਆ ਹੈ ਸਰਕਾਰ ਦੇ ਵੱਲੋਂ ਕਿ ਕੋਈ ਹੋਰ ਜਾਂਚ ਦੀ ਲੋੜ ਨਹੀਂ ਹੈ। ਕਾਰਵਾਈ ਦੇ ਲਈ ਐਸਆਈਟੀ ਦੀ ਰਿਪੋਰਟ ਹੀ ਕਾਫੀ ਹੈ। ਐਸਆਈਟੀ ਦੀ ਰਿਪੋਰਟ 3 ਰਿਪੋਰਟਾਂ ਸੀ ਜੋ ਹਾਈ ਕੋਰਟ ਦੇ ਵਿੱਚ ਸੀਲਬੰਦ ਰਿਪੋਰਟਾਂ ਖੋਲੀਆਂ ਗਈਆਂ। ਪਿਛਲੇ ਦਿਨੀ ਮੁੱਖ ਮੰਤਰੀ ਨੇ ਇਹ ट्वीट ਕੀਤਾ ਸੀ ਕਿ ਰਿਪੋਰਟਾਂ ਮੇਰੇ ਕੋਲ ਪਹੁੰਚ ਗਈਆਂ ਨੇ, ਲਿਫਾਫੇ ਮੇਰੇ ਕੋਲ ਪਹੁੰਚ ਗਏ ਨੇ ਤੇ ਹੁਣ ਜਲਦ ਐਕਸ਼ਨ ਹੋਏਗਾ। ਤਾਂ ਪਹਿਲਾ ਐਕਸ਼ਨ ਇਹ ਨਜ਼ਰ ਆਇਆ ਸੀ ਕੱਲ ਜਦੋਂ ਮੁੱਖ ਮੰਤਰੀ ਨੇ ਇਹ ਟਵੀਟ ਕੀਤਾ ਤੇ ਜਾਣਕਾਰੀ ਸਾਂਝੀ ਕੀਤੀ ਕਿ ਪੀਪੀਐਸ ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਐਕਸਕਲੂਸਿਵ ਕਾਪੀ ਉਸ ਲੈਟਰ ਦੀ ਜੋ ਬਰਖਾਸਤਗੀ ਦੇ ਆਰਡਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ। ਬਰਖਾਸਤ ਕਰ ਦਿੱਤਾ ਗਿਆ ਹੈ ਰਾਜਜੀਤ ਹੁੰਦਲ ਨੂੰ। ਤਾਂ ਇੱਕ ਰਿਪੋਰਟ ਜਿਸ ਦੇ ਆਧਾਰ ਤੇ ਇਹ ਕਾਰਵਾਈ ਹੋਈ ਹੈ। ਕਈ ਸਾਰੇ ਤਰੀਕਿਆਂ ਦੀ ਜਾਂਚ ਸੀ। ਐਸਆਈਟੀ ਦੀ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਸਵਾਲ ਚੁੱਕੇ ਗਏ ਸੀ ਰਾਜਜੀਤ ਸਿੰਘ ਦੀ ਜਿਹੜੀ ਭੂਮਿਕਾ ਹੈ ਇਸ ਸਾਰੇ ਮਾਮਲੇ ਦੇ ਵਿੱਚ। ਪ੍ਰਾਪਰਟੀ ਨੂੰ ਲੈ ਕੇ ਜਾਂਚ ਕੀਤੀ ਗਈ ਸੀ। ਸਵਾਲ ਚੁੱਕੇ ਗਏ ਸੀ ਕਿ ਜਿੰਨੀ ਪ੍ਰਾਪਰਟੀ ਹੈ ਰਾਜਜੀਤ ਸਿੰਘ ਦੇ ਨਾਮ ਤੇ ਜਾਂ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਉਹ ਕਿੱਥੋਂ ਆਈ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਇਲਜ਼ਾਮਾਂ ਦੇ ਤਹਿਤ ਇਹ ਸਾਰਾ ਕੁਝ ਖੰਗਾਲਿਆ ਗਿਆ, ਜਾਂਚ ਕੀਤੀ ਗਈ ਸੀ। पूरा उस एसआईटी ਦੀ ਰਿਪੋਰਟ ਦੇ ਵਿੱਚ ਜ਼ਿਕਰ ਹੈ ਕਿ ਕਿੰਨੀ ਪ੍ਰਾਪਰਟੀ ਹੈ ਰਾਜਜੀਤ ਸਿੰਘ ਦੇ ਖੁਦ ਦੇ ਨਾਮ ਤੇ, ਉਸਦੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ, ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਤੇ ਇਹ ਵੀ ਮੁੱਖ ਮੰਤਰੀ ਨੇ ਕੱਲ ਟਵੀਟ 'ਚ ਜ਼ਿਕਰ ਕੀਤਾ ਸੀ ਕਿ ਵਿਜੀਲੈਂਸ ਨੂੰ ਹੁਣ ਜਾਂਚ ਦੇ ਹੁਕਮ ਦਿੱਤੇ ਗਏ ਨੇ। ਰਾਜਜੀਤ ਸਿੰਘ ਦੀ ਜਾਇਦਾਦ ਦੇ ਜਾਂਚ ਦੇ ਹੁਕਮ ਦਿੱਤੇ ਗਏ ਨੇ। ਜੇ ਨਸ਼ਾ ਤਸਕਰੀ ਦੇ ਨਾਲ ਕੋਈ ਜਾਇਦਾਦ ਬਣਾਈ ਹੈ ਤਾਂ ਉਸ ਦੀ ਹੁਣ ਜਾਂਚ ਹੋਏਗੀ। फिर रुक करते हैं इस बुलेटिन की 5वीं वड्डी खबर का। बठिंडा देहाती दे विधायक के खिलाफ चलान पेश हो गया। विधायक अमित रतन के खिलाफ चलान पेश होया। अमित रतन ते उसके पीए के खिलाफ चलान पेश हो गया। विजिलेंस ने चलान पेश कर दिता। भ्रष्टाचार के मामले च गिरफ्तारी हुई सी अमित रतन की। विधायक अमित रतन के खिलाफ हुण चलान पेश कर दिता गया है। अमित रतन ते उसके पीए के खिलाफ चलान पेश कर दिता गया है। विधायक के निजी सहायक नूं रिश्वत समेत काबू किया गया सी। विधायक नूं भी गिरफ्तार किया गया सी। कुछ दिनों बाद विधायक नूं गिरफ्तार किया गया सी ते हुण विधायक ते उसदे पीए के खिलाफ चलान पेश हो गया। विजिलेंस ने चलान पेश कर दिता है। बठिंडा देहाती दे विधायक के खिलाफ विजिलेंस ने चलान पेश कर दिता है। भ्रष्टाचार का पूरा मामला है जिस मामले च गिरफ्तारी हुई सी। ਵੱਡੀ ਖਬਰ ਅਤੀਕ ਅਸ਼ਰਫ ਕਤਲकांड ਦੇ ਨਾਲ ਜੁੜੀ ਹੋਈ। ਇਸ ਦਾ ਲਾਰੈਂਸ ਕਨੈਕਸ਼ਨ ਸਾਹਮਣੇ ਆ ਰਿਹਾ। ਅਤੀਕ ਅਸ਼ਰਫ ਕਤਲकांड ਦੇ ਵਿੱਚ ਲਾਰੈਂਸ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ। ਸੂਤਰਾਂ ਦੇ ਹਵਾਲੇ ਨਾਲ ਖਬਰ ਨਿਕਲ ਕੇ ਆ ਰਹੀ ਹੈ ਕਿ ਲਾਰੈਂਸ ਤੋਂ ਵੀ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਹੋ ਸਕਦੀ ਹੈ। ਲਾਰੈਂਸ ਦਾ ਕੀ ਰੋਲ ਹੈ? ਹਥਿਆਰਾਂ ਨੂੰ ਲੈ ਕੇ ਪੁੱਛਗਿੱਛ ਹੋ ਸਕਦੀ ਹੈ। ਕਤਲ ਦੇ ਵਿੱਚ ਜੋ ਹਥਿਆਰ ਇਸਤੇਮਾਲ ਕੀਤੇ ਗਏ ਨੇ ਉਸ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਹੋ ਸਕਦੀ ਹੈ। ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਇਹ ਦਾਅਵਾ ਕੀਤਾ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਅਧਿਕਾਰਤ ਤੌਰ ਤੇ ਸਾਨੂੰ ਇਸ ਦੀ ਕੋਈ ਸੂਚਨਾ ਨਹੀਂ ਮਿਲੀ। एनआईए ਨੂੰ ਅੱਜ ਲਾਰੈਂਸ ਦਾ 7 ਦਿਨ ਦਾ ਰਿਮਾਂਡ ਹਾਸਲ ਹੋਇਆ। ਕੱਲ ਹੀ एनआईए ਬਠਿੰਡਾ ਜੇਲ੍ਹ ਤੋਂ ਲਾਰੈਂਸ ਨੂੰ ਦਿੱਲੀ ਲੈ ਕੇ ਗਈ ਸੀ ਤੇ 7 ਦਿਨ ਦਾ ਹੁਣ ਰਿਮਾਂਡ ਹਾਸਲ ਹੋਇਆ ਤੇ ਹੁਣ ਅਤੀਕ ਤੇ ਅਸ਼ਰਫ ਦੇ ਕਤਲकांड ਵਾਲੇ ਮਾਮਲੇ ਦੇ ਵਿੱਚ ਵੀ ਲਾਰੈਂਸ ਤੋਂ ਪੁੱਛਗਿੱਛ ਹੋ ਸਕਦੀ ਹੈ। ਦੱਸ ਦਈਏ ਕਿ ਅਤੀਕ ਅਸ਼ਰਫ ਕਤਲकांड ਦੇ ਵਿੱਚ ਉਸੇ ਟਰਕੀ ਮੇਡ ਹਥਿਆਰਾਂ ਦਾ ਇਸਤੇਮਾਲ ਹੋਇਆ ਜਿਸ ਨੂੰ ਲਾਰੈਂਸ ਗੈਂਗ ਨੇ ਮੂਸੇਵਾਲਾ ਕਤਲकांड 'ਚ ਇਸਤੇਮਾਲ ਕੀਤਾ ਸੀ। ਗੈਂਗਸਟਰ ਸੁੰਦਰ ਭਾਟੀ ਦੇ ਗੈਂਗ ਦਾ ਵੀ ਲਾਰੈਂਸ ਗੈਂਗ ਨਾਲ ਕਨੈਕਸ਼ਨ ਸਾਹਮਣੇ ਆ ਰਿਹਾ। ਪੁਲਿਸ ਦੇ ਸੂਤਰਾਂ ਦੀ ਮੰਨੀਏ ਤਾਂ ਸ਼ੂਟਰ ਸਨੀ ਲਾਰੈਂਸ ਤੋਂ ਇਨਸਪਾਇਰਡ ਸੀ, ਲਾਰੈਂਸ ਤੋਂ ਪ੍ਰਭਾਵਿਤ ਸੀ। ਤਾਂ ਹੁਣ ਲਾਰੈਂਸ ਤੋਂ ਇਸ ਮਾਮਲੇ ਦੇ ਵਿੱਚ ਵੀ ਪੁੱਛਗਿੱਛ ਹੋ ਸਕਦੀ ਹੈ।
इस वक्त में लॉरेंस बिश्नोई के एडवोकेट हमारे साथ में हैं, विशाल चोपड़ा जी। सर, मैं जानना चाहूंगा कि आज किस मामले में आज कोर्ट में पेश किया गया था और कोर्ट में क्या सुनवाई हुई? देखिए, आज एनआईए ने जो है मेरे क्लाइंट लॉरेंस बिश्नोई को RC 37 एक FIR है, जिसके अंदर में उन्होंने लॉरेंस बिश्नोई को कोर्ट में प्रोड्यूस किया और उसकी अरेस्टिंग की, वहां पे एप्लीकेशन लगाई और फॉर्मल अरेस्टिंग की। उसके बाद उनका 7 दिन का पुलिस रिमांड की डिमांड थी, जिसको हमने स्ट्रांगली अपोज किया। हमारा ये कहना था कि RC 37 और RC 39 ये दोनों FIR अगस्त में 2022 में पहले से दर्ज हो चुकी हैं। RC 39 के अंदर ऑलरेडी मेरे क्लाइंट लॉरेंस बिश्नोई का 12 दिन का पुलिस रिमांड नहीं ले चुकी है, उसकी चार्जशीट ऑलरेडी दाखिल हो चुकी है। तो अब ये दोबारा RC 37 के अंदर उस टाइम वो फैक्ट अगर कोई इसमें था तो RC 39 में क्यों नहीं निकल के आया? तो RC 37 के अंदर में इनके पास कुछ ऐसा नहीं है, ये फाल्सली इंडिकेट किया जा रहा है। तो RC 37 में उनका ये कहना था कि जो खालिस्तान सपोर्टर हैं, जो खालिस्तान के लिए काम करती हैं, जो लोग काम करते हैं, जिंदा वगैरह सारे आने, उनके साथ में कनेक्टिविटी है इनकी, और ये टेरर फंडिंग के लिए ऑर्गेनाइजेशन की तरह काम करते हैं, ऑर्गेनाइज तरीके से काम करते हैं। तो हमने बोला कि इसके खिलाफ एविडेंस क्या है? तो उन्होंने बोला कि दीपक रंगा नाम का एक एक्यूज है, जिसको जो झज्जर का रहने वाला है, उसको जनवरी में जो है एनआईए ने गिरफ्तार किया था। उसके डिस्क्लोजर स्टेटमेंट लॉरेंस बिश्नोई का नाम आया था। डिस्क्लोजर स्टेटमेंट तो कोई भी किसी की लिखवा सकता है, कोई एविडेंस इनके पास नहीं है। तो इसको स्ट्रांगली अपोज करने के बाद कोर्ट ने साफ बोला है कि आपको 7 दिन का पुलिस रिमांड दिया जा रहा है, लेकिन शर्त एक है कि लॉरेंस बिश्नोई का हर टाइम मेडिकल करवाया जाएगा गवर्नमेंट हॉस्पिटल से, इनके वकीलों को मिलने दिया जाएगा इनसे। दूसरी बात एक और, 7 दिन के अंदर आपको एविडेंस कोर्ट में प्रोड्यूस करना पड़ेगा कि आपको इंटेरोगेशन में क्या मिला। सर, इस हालांकि इस मामले से जुड़ा एक और सवाल हम जानना चाहेंगे। लॉरेंस बिश्नोई का आप एडवोकेट हैं। लॉरेंस बिश्नोई का नाम जो है वो अतीक अहमद वाले मामले में भी आ रहा है और उसे आर्म्स का स्मगलिंग और सारी चीज़ों पे बात हो, तो क्या लग रहा है कि उस मामले पे जो खबरें आ रही हैं बाहर सही है, गलत है, या क्या उस मामले पर अभी तक कोई पूछताछ हुई है उनसे? नहीं, देखिए, ऐसा ये तो अभी सोशल मीडिया पे आ रहा है कि जो वेपन्स उसमें इस्तेमाल हुए वही सिद्दू मूसा वाले मर्डर केस में इस्तेमाल हुए, लेकिन अभी तक इसके बारे में कोई इन्वेस्टिगेशन या कोई इंटेरोगेशन या किसी प्रकार की कोई क्वेश्चनिंग मेरे क्लाइंट लॉरेंस बिश्नोई से नहीं हुई है। अगर फर्दर फ्यूचर के अंदर में कोई इस तरह की होगी तो हम आपसे शेयर करेंगे इसके। इस बुलेटिन ਦੀ ਤੀਸਰੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਕਿਸਾਨਾਂ ਨੇ ਅੱਜ ਰੇਲਵੇ ਟਰੈਕ ਰੋਕੇ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਵੇ ਟਰੈਕ ਰੋਕੇ ਗਏ। 4 ਘੰਟੇ ਟਰੈਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। MSP ਦੇ ਵਿੱਚ ਜੋ ਵੈਲਿਊ ਕੱਟ ਕੇਂਦਰ ਸਰਕਾਰ ਦੇ ਵੱਲੋਂ ਇੱਕ ਚਿੱਠੀ ਕੱਢੀ ਗਈ ਸੀ ਕਿ 6% ਤੱਕ ਕੋਈ ਵੈਲਿਊ ਕੱਟ ਨਹੀਂ ਹੈ, ਲੇਕਿਨ ਉਸ ਤੋਂ ਬਾਅਦ ਵੈਲਿਊ ਕੱਟ ਲੱਗੇਗਾ, ਉਸ ਦਾ ਕਿਸਾਨ ਵਿਰੋਧ ਜਤਾ ਰਹੇ ਨੇ। ਇਸ ਵਾਰ बेमौसमे मीह ते गड़ेमारी कारण किसानां दी फसल बर्बाद हो गई है, जिसनूं लैके जांच कीती गई। FCI दीयां टीमां जगह जगह पहुंचियां, सैंपल ले गए, जिस तो बाद 18% तक एक छूट तो सरकार ने जरूर दी, केंद्रीय मंत्रालय ने छूट तो दी, लेकिन वैल्यू कट उस दे विच लगा दिता गया कि 6% तक कोई वैल्यू कट नहीं है, लेकिन उस तो बाद प्रति क्विंटल के हिसाब नाल वैल्यू कट लगेगा। एक वैल्यू कट लगाया गया है जो कि तकरीबन 5.5 रुपए तो लैके 32-33 रुपए तक है, जिसका विरोध किसान कर रहे हैं। हालांकि पंजाब सरकार ने भी पिछले दिनों च ऐलान किया सी कि जिहड़ा ये वैल्यू कट केंद्र सरकार दे वल्लों लाया जा रहा है वो पंजाब सरकार देगी, किसानां दा जिहड़ा घाटा है वो पूरा किया जाएगा। लेकिन किसान इस सब नूं लैके गुस्सा जाहिर कर रहे हैं। ਵੱਖ-ਵੱਖ ਜ਼ਿਲ੍ਹਿਆਂ ਦੀਆਂ ਤਸਵੀਰਾਂ ਨੇ, ਵੱਖ-ਵੱਖ ਰੇਲਵੇ ਟਰੈਕ ਦੀਆਂ ਤਸਵੀਰਾਂ ਨੇ, ਜਿੱਥੇ ਕਿਸਾਨਾਂ ਦੇ ਵੱਲੋਂ ਅੱਜ ਟਰੈਕ ਜਾਮ ਕਰਕੇ 4 ਘੰਟਿਆਂ ਦੇ ਲਈ ਪ੍ਰਦਰਸ਼ਨ ਕੀਤਾ ਗਿਆ। ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਸੀ। 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਵੇ ਟਰੈਕ ਜਾਮ ਸੀਗੇ, ਪਰ ਹੁਣ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਰੇਲਵੇ ਟਰੈਕ ਨੇ ਉਹ ਖੋਲ ਦਿੱਤੇ ਨੇ। ਦੂਰ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ, ਰੇਲਵੇ ਟਰੈਕ ਨੇ ਉਹ ਖਾਲੀ ਨਜ਼ਰ ਆ ਰਹੇ ਨੇ। ਹਾਲਾਂਕਿ ਕਿਸਾਨ ਤੁਹਾਨੂੰ ਸਮਾਨ ਚੱਕਦੇ ਹੋਏ ਨਜ਼ਰ ਆ ਰਹੇ ਹੋਣਗੇ। ਕਿਸਾਨ ਸਮਾਨ ਨੂੰ ਪੈਕ ਕਰ ਰਹੇ ਨੇ ਔਰ ਇਸ ਜਗ੍ਹਾ ਤੋਂ ਧਰਨਾ ਹੈ ਜਿਹੜਾ ਸਮਾਪਤ ਹੋ ਗਿਆ, ਪਰ ਰੇਲਵੇ यातायात ਉਹ ਸ਼ੁਰੂ ਹੋ ਗਿਆ। ਰੇਲਵੇ ਟਰੈਕ ਖਾਲੀ ਕਰ ਦਿੱਤੇ ਨੇ। ਮੇਰੇ ਨਾਲ ਕਿਸਾਨ ਆਗੂ ਨੇ, ਆਪਾਂ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, रेलवे ट्रैक खाली करते यातायात प्रभावित सीगा, वो बहाल हो गया, और अगली रणनीति की है उन किसानों की? देखो, अज का जिहड़ा साडा प्रोग्राम सी SKM का सद्दा सी कौमी पद्धर ते भी 12 तो 4 बजे तक रेलवे जाम करना सीगा। असी रेलवे जाम 4 बजे तक रखा है। 4 देखो बज चुके हैं, असी रेलवे ट्रैक है जिहड़े खाली करते हैं, क्योंकि अज साडा जो प्रोग्राम सीगा सिर्फ 4 घंटिਆਂ ਦਾ ਸੀ। ਇਹ प्रोग्राम कौमी संयुक्त किसान मोर्चे वालों ऐलान किया होया सी भी जिहड़ा कणक की खरीद की कीमत ते कट लाया, वो कट वाला फैसला केंद्र सरकार तुरंत वापस लवे। जेकर अगर ये फैसला वापस नहीं लैंदी तो आने वाले दिनों के विच घोल होर तिखा होना है, क्योंकि फसलां पहले ही प्रभावित है। लोड़ तो किसानों नूं मुआवजा देण दी सी, उन्हां दी बांह फड़न दी सी,
ਉਲਟਾ ਕਿਸਾਨਾਂ ਨੇ ਜਿਹੜਾ ਪਹਿਲਾਂ ਹੀ ਨਗੂਣਾ MSP ਦਿੱਤਾ ਜਾਂਦਾ ਹੈ ਉਹਦੇ ਚੋਂ ਵੀ ਕੱਟ ਲਾ ਲਿਆ। ਇਸ ਕਰਕੇ ਟਰੈਕ ਅਸੀਂ 4 ਘੰਟੇ ਲਈ ਕੀਤੇ ਸੀ, ਹੁਣ ਅਸੀਂ ਇਹ 4 ਵਜੇ ਸਹੀ ਹੈ ਜਿਹੜੇ ਖਾਲੀ ਕਰਤੇ ਆ। ਮਾਨ ਸਾਹਿਬ ਅਗਲੀ ਰਣਨੀਤੀ ਕੀ, ਅਗਲਾ ਫੈਸਲਾ ਕੀ ਹੈ? ਕਿਉਂਕਿ ਅੱਜ ਵੀ ਕਿਤੇ ਨਾ ਕਿਤੇ ਲੋਕ ਪਰੇਸ਼ਾਨ ਜ਼ਰੂਰ ਹੋਏ ਸੀ, ਲੋਕਾਂ ਦੀ ਪਰੇਸ਼ਾਨੀ ਸਮਝਦੇ ਹੋ ਕਿ ਲੋਕ ਕਿਤੇ ਨਾ ਕਿਤੇ ਖੱਜਲ ਖੁਆਰ ਹੋਏ 4 ਘੰਟੇ। ਦੇਖੋ ਲੋਕ ਸਾਡੇ ਨਾ, ਲੋਕਾਂ ਦੀ ਪਰੇਸ਼ਾਨੀ ਸਾਨੂੰ ਪੂਰੀ ਤਰ੍ਹਾਂ ਸਮਝ ਆਉਂਦੀ ਹੈ, ਪਰ ਇਹ ਲੋਕਾਂ ਨੂੰ ਪਰੇਸ਼ਾਨੀ ਕਰਨ ਦਾ ਜ਼ਿੰਮੇਵਾਰ ਕੌਣ ਹੋਵੇ ਇਹ ਸਾਨੂੰ ਵੀ ਸਮਝਣਾ ਪਊਗਾ। ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਵੀ ਸੱਦਾ ਦੇਵਾਂਗੇ ਵੀ ਇਹ ਲੋਕਾਂ ਨੂੰ ਪਰੇਸ਼ਾਨੀ ਕਰਨ ਦਾ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਕੇਂਦਰ ਸਰਕਾਰ ਨੇ ਸਾਡੀ ਗੱਲ ਪਹਿਲਾਂ ਨਹੀਂ ਸੁਣੀ। ਅਸੀਂ ਪਹਿਲਾਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਵੱਡੇ ਇਕੱਠ ਕਰਕੇ ਮੰਗ ਪੱਤਰ ਦਿੱਤੇ ਆ। 12 ਤਰੀਕ ਦਾ ਐਲਾਨ ਪਹਿਲਾਂ ਕੀਤਾ ਹੋਇਆ, ਅੱਜ 18 'ਚ ਬੈਠਾ 6 ਦਿਨ ਹੋ ਗਏ, ਸਾਡੀ ਕੇਂਦਰ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ। ਮਜਬੂਰੀ ਬਸ ਅੱਜ ਸਾਨੂੰ ਇਹ 4 ਘੰਟਿਆਂ ਲਈ ਇੱਕ ਕੇਂਦਰ ਸਰਕਾਰ ਨੂੰ ਝਟਕਾ ਦੇਣ ਵਾਸਤੇ ਇਹ ਸੱਦਾ ਦੇਣਾ ਪਿਆ। ਅਗਰ ਜੇਕਰ ਹਜੇ ਵੀ ਕੇਂਦਰ ਸਰਕਾਰ ਗਈ ਗੱਲ ਨਹੀਂ ਸੁਣਦੀ ਫਿਰ ਹੁਣ ਦੱਸੋ ਲੋਕ ਕੀ ਕਰਨ? ਉਹਨਾਂ ਲੋਕਾਂ ਖਾਤਰ ਅਸੀਂ ਲੜ ਰਹੇ ਹਾਂ ਜਿਨ੍ਹਾਂ ਲੋਕਾਂ ਨੂੰ ਅੱਜ ਪਰੇਸ਼ਾਨੀ। ਅਗਲਾ ਐਲਾਨ ਕੀ ਜਥੇਬੰਦੀ, ਅਗਲਾ ਕੀ ਐਲਾਨ ਹੈ? ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ ਜਾਂ ਕੀ ਹੋਊਗਾ ਅਗਲਾ ਐਲਾਨ? ਅਗਲਾ ਇਹ ਵੱਡਾ ਮਾਮਲਾ ਹੈ ਕਿਉਂਕਿ ਕੌਮੀ ਪੱਧਰ ਤੇ ਸੰਯੁਕਤ ਕਿਸਾਨ ਮੋਰਚਾ ਬਣਿਆ ਹੈ। ਕੌਮੀ ਪੱਧਰ ਤੇ ਪਹਿਲਾਂ ਹੀ ਆਇਆ ਹੋਇਆ ਪਹਿਲੀ ਮੀਟਿੰਗ ਦੇ ਵਿੱਚ ਵੀ ਜੇ ਇਹ 4 ਘੰਟਿਆਂ ਦੇ ਨਾਲ ਕੇਂਦਰ ਸਰਕਾਰ ਗੌਲਦੀ ਨਹੀਂ, ਜਿੱਥੋਂ ਤੱਕ ਅੰਦਾਜ਼ਾ ਵੀ ਅਭੀ ਨਹੀਂ ਗੌਲਣਗੇ, ਉਹ ਬਹੁਤ ਜ਼ਿਆਦਾ ਢੀਠ ਹੈ ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਹਿੱਤ ਬਹੁਤ ਪਿਆਰੇ ਹੈ ਇਹਨਾਂ ਸਰਕਾਰਾਂ ਨੂੰ। ਇਹਦੇ ਤੇ ਅਗਲੀ ਰਣਨੀਤੀ, ਅਗਲੀ ਫੌਰੀ SKM ਦੀ ਮੀਟਿੰਗ ਕਰਕੇ ਅਗਲਾ ਸੱਦਾ ਆਊਗਾ ਉਹਦੇ 'ਚ। ਬਿਲਕੁਲ SKM ਦੀ ਅਗਲੀ ਮੀਟਿੰਗ ਬੁਲਾਈ ਜਾਏਗੀ ਤੇ ਫੌਰੀ ਸੱਦਾ ਦਿੱਤਾ ਜਾਏਗਾ ਕਿ ਆਖਿਰਕਾਰ ਅਗਲੀ ਰਣਨੀਤੀ ਕੀ ਹੈ, ਅਗਲਾ ਸੰਘਰਸ਼ ਕੀ ਹੈ। ਫਿਲਹਾਲ 4 ਘੰਟਿਆਂ ਦੇ ਯਾਤਾਯਾਤ ਰੇਲਵੇ ਦਾ ਬੰਦ ਕਰਨ ਤੋਂ ਬਾਅਦ ਰੇਲਵੇ ਟਰੈਕ ਨੇ ਖੋਲ੍ਹ ਦਿੱਤੇ ਨੇ। ਆਮ ਯਾਤਰੀ ਜਿਹੜੇ ਖੱਜਲ ਖੁਆਰ ਹੋ ਰਹੇ ਸੀ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਰਾਹਤ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ। ਸੂਰਜ ਭਾਨ, ਨਿਊਜ਼ 18 ਪੰਜਾਬ, ਬਠਿੰਡਾ। ਤੇ ਹੁਣ ਰੁਕ ਕਰਦੇ ਹਾਂ ਜਲੰਧਰ ਦਾ, ਜਿੱਥੇ ਜ਼ਿਮਨੀ ਚੋਣ ਦਾ ਅਖਾੜਾ ਪੱਖਿਆ ਹੋਇਆ। ਬੀਜੇਪੀ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਨੋਮੀਨੇਸ਼ਨ ਦਾਖਲ ਕਰ ਦਿੱਤੀ ਹੈ। ਭਾਜਪਾ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਣੇ ਕਈ ਸੀਨੀਅਰ ਆਗੂ ਮੌਜੂਦ ਰਹੇ। ਹਾਲਾਂਕਿ ਨਾਮਜ਼ਦਗੀ ਤੋਂ ਪਹਿਲਾਂ ਬੀਜੇਪੀ ਨੇ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਤਾਂ ਬੀਜੇਪੀ ਦੇ ਉਮੀਦਵਾਰ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਅਸ਼ਵਨੀ ਸ਼ਰਮਾ ਜੋ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ, ਉਹਨਾਂ ਦੇ ਸਣੇ ਕਈ ਸਾਰੇ ਵੱਡੇ ਆਗੂ ਇਸ ਵੇਲੇ ਮੌਜੂਦ ਰਹੇ ਤੇ ਇਸ ਤੋਂ ਪਹਿਲਾਂ बीजेपी ने एक शक्ति प्रदर्शन भी किया। उधर अकाली बसपा उम्मीदवार सुखविंदर सुखी ने भी कागज भर दिते ने। 10 मई ਨੂੰ ਜਲੰਧਰ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਹਰ ਪਾਰਟੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਕਾਂਗਰਸ ਦੇ ਵੱਲੋਂ ਕਰਮਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਕੱਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਨਾਮਜ਼ਦਗੀ ਦਾਖਲ ਕੀਤੀ ਹੈ ਤੇ ਅੱਜ ਅਕਾਲੀ ਬਸਪਾ ਉਮੀਦਵਾਰ ਡਾਕਟਰ ਸੁਖਵਿੰਦਰ ਸੁਖੀ ਤੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਅਟਵਾਲ ਨੇ ਨਾਮਜ਼ਦਗੀ ਪੱਤਰ ਭਰੇ ਨੇ। पंजाब के अंदर खौफ का, डर का, भय का वातावरण ऐसे समय के अंदर जिमनी चोन हो रही है। आज कोई भी बंदा अपने आप को व्यापारी होए, इंडस्ट्रियलिस्ट होए, सामाजिक कार्यकर्ता है, राजनीतिक कार्यकर्ता है, अपने आप को सुरक्षित अनुभव नहीं करता। हर पंजाब के अंदर बंदा होता है, सवेरे टीवी लगता है, एक बार कुछ होया कभी आज कोई गड़बड़ तो नहीं हुई, लेकिन अंतर्राष्ट्रीय खिलाड़ियों की हत्या तो, मूसेवाला की हत्या तो शुरू होया। ये दो परसों साढ़े SC समाज ने, SC मोर्चा ने जनरल सेक्रेटरी बलविंदर सिंह गिल को जिस प्रकार घर के अंदर जाके गोली का शिकार बनाया गया, ऐसे वाहिगुरु की कृपा थी कि उसकी जान बच गई। गोली मारने वाले ने कोई कसर नहीं छड़ी थी। ये हालात पंजाब के आम आदमी पार्टी ने बनाते। ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਪ੍ਰਧਾਨ ਸਾਹਿਬ ਅਸ਼ਵਨੀ ਸ਼ਰਮਾ ਜੀ, ਸਾਡੇ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਤੇ ਸਾਡੇ ਨਾਲ ਉਚੇਚੇ ਤੌਰ ਤੇ ਸਾਹਿਬ ਪਰਮਿੰਦਰ ਸਿੰਘ ਢੀਂਡਸਾ ਜੀ, ਸਾਡੇ ਭੈਣ ਜੀ ਜੈਨਦਰ ਕੌਰ ਜੀ ਤੇ ਮਨਨ ਸਿੰਘ ਕਾਲੀਆ ਜੀ, ਅਸੀਂ ਸਾਰੇ ਜਣੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਮੇਰੇ ਨੋਮੀਨੇਸ਼ਨ ਫਾਈਲ ਕਰਕੇ ਆਏ ਹਾਂ ਔਰ ਪ੍ਰਮਾਤਮਾ ਮਿਹਰ ਕਰੇਗਾ ਜਿੱਤ ਦੀ ਦਾਤ ਜਿਹੜੀ ਹੈ ਪੰਜਾਬ ਦੀ ਧਰਤੀ ਤੇ ਕਮਲ ਦਾ ਫੁੱਲ ਜਿਹੜਾ ਹੈ ਜਲੰਧਰ ਦੀ ਲੋਕ ਸਭਾ ਜਿਹੜੀ ਹੈ ਉਹਦੇ ਵਿੱਚ ਜ਼ਰੂਰ ਖਿੜੇਗਾ। ਆਰਡਰ ਬੁਰੀ ਤਰ੍ਹਾਂ ਖਤਮ ਹੋ ਚੁੱਕੀ ਹੈ, ਫੇਰ ਹੋ ਚੁੱਕੀ ਹੈ। जिस तरह मर्डर हो रहे हैं, डकैतियाँ हो रही हैं, फिरौतियाँ हो रही हैं, टोटल खराब हो चुका सिस्टम पूरी तरह। सारे लोग जानते हैं, ठीक है, लोग जानते भी हैं। इस करके लोग जो भारतीय जनता पार्टी के हक जो वोटा पाउणगे और आप सब जिताउणगे। एक मौका, इतिहासिक मौका लोगों को उन्होंने सब
ਤੇ ਇਸ ਬੁਲੇਟਿਨ ਦੀ ਪਹਿਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਹਰਮੰਦਰ ਸਾਹਿਬ ਦੇ ਵਿੱਚ ਐਂਟਰੀ ਦੇ ਵਿਵਾਦ ਤੇ ਮਾਮਲੇ ਤੇ ਹੁਣ ਐਸਜੀਪੀਸੀ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਹਰਮੰਦਰ ਸਾਹਿਬ ਦੇ ਪ੍ਰਬੰਧ ਦੇ ਬਾਰੇ ਇਸ ਵੀਡੀਓ 'ਚ ਜਾਣਕਾਰੀ ਸਾਂਝੀ ਕੀਤੀ ਹੈ। ਹਰਮੰਦਰ ਸਾਹਿਬ ਦੀ ਮਰਿਆਦਾ ਬਾਰੇ ਵੀ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਤੇ ਇੱਕ ਸੀਸੀਟੀਵੀ ਫੁਟੇਜ ਵੀ ਇਸ ਵੀਡੀਓ ਦੇ ਜ਼ਰੀਏ ਸਾਂਝੀ ਕੀਤੀ ਗਈ ਹੈ ਤੇ ਆਪਣਾ ਪੱਖ ਐਸਜੀਪੀਸੀ ਨੇ ਰੱਖਿਆ ਹੈ ਕਿ ਉੱਥੇ ਕੀ ਹੋਇਆ ਸੀ। ਲੜਕੀ ਦੇ ਪਹਿਰਾਵੇ ਤੇ ਸਵਾਲ ਚੁੱਕੇ ਗਏ ਨੇ। ਐਸਜੀਪੀਸੀ ਨੇ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਜ਼ਰੀਏ ਹਰਮੰਦਰ ਸਾਹਿਬ ਦੇ ਵਿੱਚ ਮਰਿਆਦਾ ਦੇ ਬਾਰੇ, ਹਰਮੰਦਰ ਸਾਹਿਬ ਦੇ ਪ੍ਰਬੰਧ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਇੱਕ ਸੀਸੀਟੀਵੀ ਵੀ ਇਸ ਦੇ ਵਿੱਚ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸੇਵਾਦਾਰ ਲੜਕੀ ਨੂੰ ਪਹਿਰਾਵੇ ਨੂੰ ਲੈ ਕੇ ਟੋਕ ਰਿਹਾ ਹੈ। ਇਹ ਸਵਾਲ ਪਹਿਰਾਵੇ ਨੂੰ ਲੈ ਕੇ ਚੁੱਕੇ ਗਏ ਨੇ। ਇਹ ਸੀਸੀਟੀਵੀ ਸਾਂਝੀ ਕੀਤੀ ਗਈ ਹੈ। बड़ा दुख है। देखो सिख देश भगत है, जिन्नी कुर्बानी देश की आज़ादी वास्ते ते देश नूं अज तगड़ा करने वास्ते खालसा पंथ ने कीता है। आज जान के बड़ी साजिश नाल ऐजियां एजेंसियां लगियां ਜਿਹੜੀਆਂ ਬਦਨਾਮ। हर एक स्थान की एक मर्यादा आ ते ਜਿਹੜੇ ਸਾਡੇ ਸੇਵਾਦਾਰ ਆ ਉਹ ਮਰਿਆਦਾ ਦਾ ਹੀ ਉਹਨਾਂ ਦੀ ਪਾਲਣਾ ਕਰਦੇ ਆ। ਇਹ ਤਾਂ ਚਲੋ ਪਤਾ ਨਹੀਂ ਕਿਹੜੇ ਧਰਮ ਨਾਲ ਸੰਬੰਧ ਰੱਖਦੀ ਹੋਵੇ, ਜੇ ਕੋਈ ਸਿੱਖ ਵੀ ਜਾਵੇ ਅਸੀਂ ਅਲਾਉ ਨਹੀਂ ਕਰਦੇ। ਸੋ ਉਹਨੂੰ ਐਡਾ ਵੱਡਾ ਇੱਕ ਮੈਂ ਸਮਝਦਾ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਗੁਰੂ ਘਰ ਦੀ ਆਪਣੀ ਮਰਿਆਦਾ ਆ, ਸ਼੍ਰੀ ਦਰਬਾਰ ਸਾਹਿਬ ਦੀ ਆਪਣੀ ਮਰਿਆਦਾ ਆ। ਉਸ ਮਰਿਆਦਾ ਦੇ ਅੰਦਰ ਕੇਵਲ ਕੇਸਰੀ ਨਿਸ਼ਾਨ ਸਾਹਿਬ ਝੁਲਦਾ, ਉੱਥੇ ਕੋਈ ਵੀ ਤਮਾਸ਼ਬੀਨੀ ਜਾਂ ਹੋਰ ਇਹੋ ਜਿਹੀ ਨਹੀਂ ਕੀਤੀ ਜਾਂਦੀ। ਚਲੋ ਜਿਹੜੀ ਕੋਈ ਉੱਥੇ ਭਾਸ਼ਾ ਬੋਲੀ ਗਈ, ਪਰ ਉਹ ਵੀ ਮੈਂ ਸੋਚਦਾ ਆ ਕਿ ਜਿੱਦਾਂ ਇੱਕ ਅਫਸਰ ਨਹੀਂ ਕਿਸੇ ਮਤਹਿਤ ਨੂੰ ਕਰਦਾ ਹੁੰਦਾ, ਸੋ ਮੈਂ ਸਮਝਦਾ ਉਹ ਮੁੱਦਾ ਏਡਾ ਨਹੀਂ ਜਿਹੜਾ ਉਹਨੂੰ ਏਡਾ ਬਣ ਕੇ ਛਾਲਿਆ ਜਾ ਰਿਹਾ। ਪਿਛਲੇ 2 ਦਿਨਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਦੀ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਇੱਕ ਸੇਵਾਦਾਰ ਅਤੇ ਇੱਕ ਲੜਕੀ ਔਰ ਉਸ ਦਾ ਬਾਪ ਬਹਿਸਦੇ ਹੋਏ ਨਜ਼ਰ ਆ ਰਹੇ ਨੇ, ਪਰ ਆਖਿਰਕਾਰ ਉਸ ਦੇ ਪਿੱਛੇ ਅਸਲ ਵਜ੍ਹਾ ਕੀ ਸੀ ਔਰ ਕਿਸ ਥਾਂ ਦੀ ਉਹ ਵੀਡੀਓ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ। ਮੈਂ ਇਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਜੋ ਮੁੱਖ ਪ੍ਰਵੇਸ਼ ਦੁਆਰ ਹੈ ਉੱਥੇ ਮੌਜੂਦ ਹਾਂ। ਸੰਗਤ ਤੁਸੀਂ ਦੇਖ ਸਕਦੇ ਹੋ ਕਿ ਆਮ ਦਿਨਾਂ ਦੇ ਵਾਂਗ ਹੀ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ। ਤਾਂ ਹੁਣ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸ ਵੀਡੀਓ ਦੇ ਵਿੱਚ ਅਸਲ ਵਜ੍ਹਾ ਕੀ ਸੀ ਜੋ ਹੁਣ ਤੱਕ ਦੱਸਿਆ ਜਾ ਰਿਹਾ ਔਰ ਉਸ ਦੇ ਪਿੱਛੇ ਕਾਰਨ ਕੀ ਸੀ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਜੋ ਮੁੱਖ ਪ੍ਰਵੇਸ਼ ਦੁਆਰ ਹੈ, ਸੇਵਾਦਾਰ ਤੁਸੀਂ ਦੇਖ ਸਕਦੇ ਹੋ ਕਿ ਆਮ ਦਿਨਾਂ ਦੇ ਵਾਂਗ ਇੱਥੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇਹਨਾਂ ਦੀ ਮੁੱਖ ਡਿਊਟੀ ਇਹ ਹੁੰਦੀ ਹੈ ਕਿ ਜਿਹੜੇ ਵੀ ਸ਼ਰਧਾਲੂ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਉਹਨਾਂ ਦੇ ਉੱਤੇ ਨਜ਼ਰ ਰੱਖਣੀ ਔਰ ਜੇਕਰ ਮਰਿਆਦਾ ਦਾ ਕੋਈ ਉਲੰਘਣ ਹੋ ਰਿਹਾ ਤਾਂ ਤੁਰੰਤ ਉਹਨਾਂ ਲੋਕਾਂ ਨੂੰ ਉਸ ਬਾਰੇ ਸੂਚਿਤ ਕਰਨਾ। ਤਾਂ ਉਸ ਵੀਡੀਓ ਦੇ ਵਿੱਚ ਇੱਕ ਬਾਕਸ ਵੀ ਨਜ਼ਰ ਆ ਰਿਹਾ, ਤਾਂ ਇਹ ਉਹ ਬਾਕਸ ਹੈ। ਆਖਿਰਕਾਰ ਇਸ ਦੇ ਵਿੱਚ ਕੀ ਐਸੀ ਚੀਜ਼ ਸੀ ਜਿਸ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਜਾਂਦਾ। ਤਾਂ ਜਦੋਂ ਕੋਈ ਵੀ ਬਾਹਰ ਤੋਂ ਇੱਥੇ ਆਉਂਦਾ ਤਾਂ ਤੁਸੀਂ ਇਸ ਮੈਂ ਬਾਕਸ ਦੀ ਤਸਵੀਰ ਜ਼ਰੂਰ ਦਿਖਾਉਣੀ ਚਾਹੂੰਗਾ, ਕਿਉਂਕਿ ਮਰਿਆਦਾ ਦੇ ਮੁਤਾਬਕ ਜਰਾਬਾਂ ਪਾ ਕੇ ਵੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਇਆ ਜਾ ਸਕਦਾ। ਇਸ ਤੋਂ ਇਲਾਵਾ ਹੋਰ ਕਈ ਐਸੀਆਂ ਚੀਜ਼ਾਂ ਜਿਹੜੀਆਂ ਨਸ਼ੇ ਦੇ ਲਈ ਵਰਤੀਆਂ ਜਾਂਦੀਆਂ ਨੇ, ਤੰਬਾਕੂ ਜਾਂ ਹੋਰ ਐਸੀ ਸਮੱਗਰੀ ਜਿਸ ਨੂੰ ਇੱਥੇ ਬਾਹਰ ਰਖਵਾ ਲਿਆ ਜਾਂਦਾ। ਤਾਂ ਸੇਵਾਦਾਰ ਤੁਸੀਂ ਦੇਖਦੇ ਹੋ ਕਿ ਸੰਗਤ ਨੂੰ ਇਹ ਦੱਸਦੇ ਹੋਏ ਨਜ਼ਰ ਆਉਂਦੇ ਨੇ ਕਿ ਜੇਕਰ ਕੋਈ ਐਸੀ ਚੀਜ਼ ਔਰ ਜਿਹੜੇ ਵਸਤਰ ਪਹਿਨੇ ਜਾਂਦੇ ਨੇ, ਕੱਪੜੇ ਜਿਹੜੇ ਪਹਿਨੇ ਜਾਂਦੇ ਨੇ, ਉਹਨਾਂ ਤੇ ਵੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਜੋ ਹੈ ਉਹ ਨਤਮਸਤਕ ਹੋਣ ਦੇ ਲਈ ਜਾਇਆ ਜਾਂਦਾ। ਤਾਂ ਚਾਹੇ ਕੋਈ ਲੜਕਾ ਹੈ, ਲੜਕੀ ਹੈ, ਕੋਈ ਪੁਰਸ਼ ਜਾਂ ਮਹਿਲਾ, ਤਾਂ ਜੇਕਰ ਬਹੁਤ ਛੋਟੇ ਕੱਪੜੇ ਪਾਏ ਹੋਏ ਨੇ ਤਾਂ ਉਹਨਾਂ ਨੂੰ ਇੱਥੇ ਰੋਕ ਕੇ ਸਮਝਾਇਆ ਜਾਂਦਾ ਕਿ ਅਜਿਹੇ ਕੱਪੜੇ ਪਹਿਨ ਕੇ ਹਰਮੰਦਰ ਸਾਹਿਬ ਦੇ ਅੰਦਰ ਨਹੀਂ ਜਾਇਆ ਜਾ ਸਕਦਾ। ਇਸ ਤੋਂ ਇਲਾਵਾ ਲਗਾਤਾਰ ਇੱਥੇ ਅਨਾਉਂਸਮੈਂਟ ਵੀ ਹੁੰਦੀ ਰਹਿੰਦੀ ਹੈ ਕਿ ਜਿਹੜੀ ਸੰਗਤ ਅੰਦਰ ਜਾ ਰਹੀ ਹੈ ਸਰੋਵਰ ਦੇ ਵਿੱਚ ਪੈਰ ਜਿਹੜੇ ਲਟਕਾ ਕੇ ਉਹ ਨਹੀਂ ਬੈਠਣਾ। ਤਾਂ ਕਈ ਐਸੀਆਂ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਜੋ ਹੈ ਜ਼ਿਹਨ ਦੇ ਵਿੱਚ ਰੱਖਣਾ ਚਾਹੀਦਾ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਪੂਰੀ ਦੁਨੀਆ ਤੋਂ ਜਿਹੜੇ ਸੈਲਾਨੀ ਨੇ ਪਹੁੰਚਦੇ ਨੇ। ਹਾਲਾਂਕਿ ਸ਼ਰਧਾਲੂ ਜਿਹੜੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਜ਼ਿਆਦਾਤਰ ਮਰਿਆਦਾ ਬਾਰੇ ਨਹੀਂ ਪਤਾ ਹੁੰਦਾ ਔਰ ਕੁਝ ਲੋਕ ਸੈਰ ਸਪਾਟੇ ਵਾਲੀਆਂ ਥਾਵਾਂ ਦੇ ਮੁਤਾਬਕ ਹੀ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਸ ਲੜਕੀ ਦੇ ਵੀ ਮੂੰਹ ਦੇ ਉੱਤੇ ਕੁਝ ਟੈਟੂ ਬਣੇ ਹੋਏ ਸੀ ਜਿਸ ਨੂੰ ਲੈ ਕੇ ਸੇਵਾਦਾਰ ਨੇ ਇਤਰਾਜ਼ ਜ਼ਾਹਿਰ ਕੀਤਾ। ਹਾਲਾਂਕਿ ਕੁਝ ਉਸ ਵੇਲੇ ਸ਼ਬਦ ਐਸੇ ਜ਼ਰੂਰ ਵਰਤੇ ਗਏ ਜਿਸ ਨੂੰ ਕਹਿ ਕੇ ਤਲਖੀ ਥੋੜੀ ਹੋਈ, ਪਰ ਐਸਜੀਪੀਸੀ ਵੱਲੋਂ ਵੀ ਜੋ ਹੈ ਉਸ ਨੂੰ ਲੈ ਕੇ ਮੁਆਫੀ ਮੰਗੀ ਗਈ ਔਰ ਨਾਲ ਦੀ ਨਾਲ ਸੰਗਤ ਨੂੰ ਵੀ ਸੁਚੇਤ ਹੋਣ ਦੇ ਲਈ ਅਪੀਲ ਕੀਤੀ ਗਈ। ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰ ਜੋ ਆਪਣੀ ਡਿਊਟੀ ਉਹਨਾਂ ਦੀ ਹੈ ਉਹੀ ਨਿਭਾਉਂਦੇ ਹੋਏ
ਨਜ਼ਰ ਆ ਰਹੇ ਨੇ। ਹਰ ਇੱਕ ਚਾਹੇ ਕੋਈ ਪੰਜਾਬੀ ਹੈ, ਕੋਈ ਨਾਨ ਪੰਜਾਬੀ ਹੈ, ਸਿੱਖ ਹੈ, ਹਿੰਦੂ ਹੈ, ਤਾਂ ਉਹਨਾਂ ਦੇ ਜਿਹੜੇ ਕੋਲ ਬੈਗ ਹੈ, ਜੇਕਰ ਉਸ ਬੈਗ ਨੂੰ ਚੈੱਕ ਕੀਤਾ ਜਾਂਦਾ ਹੈ, ਜੇਕਰ ਕੋਈ ਬਹੁਤ ਵੱਡਾ ਬੈਗ ਹੈ ਤਾਂ ਉਹ ਗੱਠੜੀ ਘਰ ਦੇ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ। ਤਾਂ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਦਾ ਹਰ ਕਿਸੇ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਟੂਰਿਸਟ ਦੇ ਤੌਰ ਤੇ ਜਦੋਂ ਅੰਮ੍ਰਿਤਸਰ ਆਉਂਦੇ ਨੇ ਤਾਂ ਉਹ ਸ਼ਾਇਦ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਨਹੀਂ ਜਾਣਦੇ। ਤਾਂ ਖਬਰਾਂ ਦਾ ਸਿਲਸਿਲਾ ਜਾਰੀ ਹੈ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।